Hello friends, welcome back to my channel. This is Shalu Joshi Bhardwaj here. ਅੱਜ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਨੂੰ ਥੈਂਕਸ ਕਹਿਣਾ ਚਾਹੂੰਗੀ ਕਿ ਤੁਸੀਂ ਮੇਰੇ ਨਾਲ ਵਧੀਆ ਰਿਸਪੌਂਸ ਦਿੱਤਾ ਮੇਰੀਆਂ ਵੀਡੀਓਜ਼ ਨੂੰ। ਸੋ ਥੈਂਕ ਯੂ ਸੋ ਮਚ। ਐਂਡ ਤੁਹਾਡੀਆਂ ਮੇਲਸ ਵੀ ਜਿਹੜੀਆਂ ਆਉਂਦੀਆਂ ਰਹਿੰਦੀਆਂ ਮੈਂ ਉਹਨਾਂ ਉੱਪਰ ਵਰਕ ਕਰਨ ਦੀ ਆਈ ਆਲਵੇਜ਼ ਟਰਾਈ ਐਂਡ ਮੋਸਟ ਕਾਮਨ ਕੁਐਸਚਨ ਜਿਹੜਾ ਹੁਣ ਆਇਆ ਇਸ ਵੀਕ ਆਇਆ ਉਹ ਇਹ ਸੀ ਕਿ ਪ੍ਰੋਬਲਮ ਐਂਡ ਸੋਲੂਸ਼ਨ ਐਸੇ ਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ। ਸੋ ਅੱਜ ਦੀ ਵੀਡੀਓ ਦਾ ਟੌਪਿਕ ਇਹੀ ਹੈ ਕਿ ਪ੍ਰੋਬਲਮ ਐਂਡ ਸੋਲੂਸ਼ਨ ਐਸੇ ਨੂੰ ਸਟਰਕਚਰ ਤੁਸੀਂ ਕਿਵੇਂ ਕਰਨਾ ਹੈ, ਕਿੱਦਾਂ ਤੁਸੀਂ ਆਪਣੇ ਰਾਈਟਿੰਗ ਟੈਸਟ 2 ਦੇ ਵਿੱਚ ਇਦਾਂ ਦੇ ਐਸੇ ਨੂੰ ਸਟਰਕਚਰ ਕਰ ਸਕਦੇ ਹੋ। ਕਲੀਅਰ? ਸੋ ਲੈਟਸ ਸਟਾਰਟ। ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਸਾਨੂੰ ਇਹ ਪਤਾ ਹੋਵੇ ਕਿ ਇਸ ਤਰ੍ਹਾਂ ਦਾ ਕੁਐਸਚਨ ਦਿਖਦਾ ਕਿੱਦਾਂ ਦਾ ਹੈ। ਠੀਕ ਹੈ, ਹਾਊ ਡਜ਼ ਇਟ ਲੁੱਕ? ਸੋ ਇਟ ਇਜ਼ ਇੱਦਾਂ ਦੇ ਕੁਐਸਚਨ ਦੇ ਵਿੱਚ ਤੁਹਾਨੂੰ ਇੱਕ ਸਟੇਟਮੈਂਟ ਦਿੱਤੀ ਹੋਏਗੀ। ਸਟੇਟਮੈਂਟ ਮੀਨਸ ਇੱਕ ਲਾਈਨ ਦਿੱਤੀ ਹੋਏਗੀ ਜਿਹਦੇ 'ਚ ਉਹਨਾਂ ਨੇ ਕੁਛ ਨਾ ਕੁਛ ਤੁਹਾਨੂੰ ਕਿਹਾ ਹੋਣਾ, ਕੋਈ ਆਰਗੂਮੈਂਟ ਇੱਕ ਪ੍ਰੈਜ਼ੈਂਟ ਕੀਤਾ ਹੋਣਾ। ਠੀਕ ਹੈ, ਉਹਦੇ ਨਾਲ ਰਿਲੇਟਡ ਕੋਈ ਪ੍ਰੋਬਲਮ ਬਾਰੇ ਵੀ ਗੱਲ ਕੀਤੀ ਗਈ ਹੋਊਗੀ। ਠੀਕ ਹੈ, ਉਹਦੇ ਨਾਲ ਰਿਲੇਟਡ ਕੋਈ ਪ੍ਰੋਬਲਮ ਐਕਸਪ੍ਰੈਸ ਕੀਤੀ ਹੋਏਗੀ ਤੇ ਤੁਹਾਨੂੰ ਕਿਹਾ ਗਿਆ ਹੋਏਗਾ ਕਿ ਤੁਸੀਂ ਉਹਦੇ ਕਾਜ਼ਸ ਲੱਭੋ ਜਾਂ ਉਹਨੂੰ ਸੋਲਿਊਸ਼ਨਸ ਦੱਸੋ ਕਿ ਉਹਨੂੰ ਕਿੱਦਾਂ ਆਪਾਂ ਉਸ ਪ੍ਰੋਬਲਮ ਨੂੰ ਰਿਮੂਵ ਕਰ ਸਕਦੇ ਹਾਂ। ਸੋ ਇੱਦਾਂ ਕੁਝ ਇੱਦਾਂ ਦਾ ਹੋਏਗਾ ਜਿਹੜਾ ਤੁਹਾਡਾ ਪ੍ਰੋਬਲਮ ਐਂਡ ਸੋਲਿਊਸ਼ਨ ਐਸੇ ਹੋਏਗਾ। ਕਲੀਅਰ? ਐਂਡ for example, internet shopping is becoming popular nowadays, but it is not always a trouble free experience. Internet shopping is becoming popular nowadays. ਠੀਕ ਹੈ, ਇਹਦੇ ਇਸ ਸਟੇਟਮੈਂਟ ਦੇ ਵਿੱਚ ਤੁਹਾਨੂੰ ਕੀ ਕਿਹਾ ਹੋਇਆ ਉਹਨਾਂ ਨੇ ਕਿ ਇੱਕ ਚੀਜ਼ ਦਿੱਤੀ ਹੋਈ ਹੈ ਕਿ ਕੋਈ ਸਟੇਟਮੈਂਟ ਦਿੱਤੀ ਹੈ, ਬਟ ਇਟਸ ਨਾਟ ਆਲਵੇਜ਼ ਅ ਟਰਬਲ ਫ੍ਰੀ ਐਕਸਪੀਰੀਅੰਸ। ਇਹ ਤੁਹਾਨੂੰ ਉਹਦੇ ਨਾਲ ਉਹਨਾਂ ਨੇ ਪ੍ਰੋਬਲਮ ਦੱਸ ਦਿੱਤੀ ਹੈ। ਕਲੀਅਰ? ਅੱਗੇ ਤੁਹਾਨੂੰ ਨੈਕਸਟ ਪਾਰਟ ਆਫ ਕੁਐਸਚਨ ਇਜ਼ ਸਟੇਟ ਸਮ ਪ੍ਰੋਬਲਮਸ ਐਂਡ ਪ੍ਰੋਵਾਈਡ ਦ ਮੈਜਰਸ ਟੂ ਐਡਰੈਸ them। ਇਹਦਾ ਕੀ ਮਤਲਬ ਹੈ ਕਿ ਤੁਹਾਨੂੰ ਪ੍ਰੋਬਲਮਸ ਦੇਖਣੀ ਹੈ ਔਰ ਤੁਸੀਂ ਉਹਨੂੰ ਮੈਜਰਸ ਦੱਸੋ ਕਿ ਤੁਸੀਂ ਉਹਨੂੰ ਠੀਕ ਕਿੱਦਾਂ ਕਰ ਸਕਦੇ ਹੋ। ਸੋ ਦਿਸ ਇਜ਼ ਦ ਐਗਜ਼ਾਮਪਲ ਆਫ ਅ ਟਿਪੀਕਲ ਪ੍ਰੋਬਲਮ ਸੋਲਿਊਸ਼ਨ ਐਸੇ। ਕਲੀਅਰ? ਦੇਖੋ, ਕੋਈ ਵੀ ਰਾਈਟਿੰਗ ਦਾ ਟਾਸਕ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਤੁਹਾਨੂੰ ਕੀਵਰਡ ਦੇਖਣੇ ਆ ਤੁਸੀਂ। ਇਹਦੇ ਵਿੱਚ ਕਿਉਂ ਦੇਖਣਾ ਕੀਵਰਡ? ਬਿਕਾਜ਼ ਉਹ ਸਭ ਤੋਂ ਵੱਧ ਰਿਪੀਟ ਹੋਣ ਵਾਲਾ ਵਰਡ ਹੈ ਤੁਹਾਡੇ ਐਸੇ ਦੇ ਵਿੱਚ। ਕਲੀਅਰ? ਸੋ ਬਿਕਾਜ਼ ਉਹ ਇੰਨਾ ਜ਼ਿਆਦਾ ਰਿਪੀਟ ਹੋਣਾ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਸਾਰਾ ਐਸੇ ਕਿਸ ਚੀਜ਼ ਦੇ ਅਰਾਊਂਡ ਰਿਵੋਲਵ ਹੋ ਰਿਹਾ ਹੈ ਐਂਡ ਤੁਸੀਂ ਉਹਦੇ ਸਿਨੋਨਿਮਸ ਵੀ ਪਹਿਲਾਂ ਹੀ ਲੱਭ ਕੇ ਰੱਖ ਸਕੋ। ਠੀਕ ਹੈ, ਕੀਵਰਡ ਇਹਦੇ ਵਿੱਚ ਹੈ ਇੰਟਰਨੈਟ ਸ਼ਾਪਿੰਗ ਐਂਡ ਅਸੀਂ ਕੀਵਰਡਸ ਦੇ ਸਿਨੋਨਿਮਸ ਸਭ ਤੋਂ ਪਹਿਲਾਂ ਕਰਦੇ ਹਾਂ, ਜੋ ਕਿ ਮੈਂ ਖੁਦ ਵੀ ਕਰਦੀ ਹਾਂ ਐਂਡ ਮੈਂ ਮੋਸਟ ਆਫ ਮਾਈ ਸਟੂਡੈਂਟਸ ਆਈ ਆਲਵੇਜ਼ ਟੈਲ ਮਾਈ ਸਟੂਡੈਂਟਸ ਟੂ ਡੂ ਦਿਸ। ਰਾਈਟ? ਇੰਟਰਨੈਟ ਸ਼ਾਪਿੰਗ ਦੇ ਕੀ ਕੀਵਰਡਸ ਹੋ ਸਕਦੇ? ਆਨਲਾਈਨ ਸ਼ਾਪਿੰਗ, ਸਾਈਬਰ ਸ਼ਾਪਿੰਗ, ਈ-ਕਾਮਰਸ, ਈ-ਟੇਲ, ਪਰਚੇਸਿੰਗ ਫਰਮ ਪੋਰਟਲਸ। ਜਦੋਂ ਤੁਸੀਂ ਰਫ ਦੇ ਵਿੱਚ ਤੁਹਾਡੇ ਕੋਲ ਇੱਕ ਪੇਪਰ ਆ ਗਿਆ, ਸ਼ੀਟ ਆ ਗਿਆ, ਤੁਸੀਂ ਕੀਵਰਡਸ ਦੇਖ ਲਿਆ, ਨਾਲ ਦੀ ਨਾਲ ਤੁਸੀਂ ਉਹਨਾਂ ਦੇ ਸਿਨੋਨਿਮਸ ਲਿਖਣੇ ਸਟਾਰਟ ਕਰ ਦਿਓ ਉੱਥੇ ਹੀ, ਸੋ ਦੈਟ ਨੈਕਸਟ ਟਾਈਮ ਜਦੋਂ ਤੁਸੀਂ ਸਿਰਫ ਰਿਪਲੇਸ ਕਰਨਾ ਹੋਵੇ ਵਰਡ ਤੇ ਤੁਹਾਡੀ ਲਾਈਨ ਰੀਡ ਕਰ ਲਓ ਤਾਂ ਕਿ ਤੁਹਾਡਾ ਫਿੱਟ ਹੋ ਰਿਹਾ ਹੈ ਉਹ ਸਿਨੋਨਿਮ ਜਾਂ ਨਹੀਂ, ਇੰਸਟੈਡ ਆਫ ਕਿ ਲਿਖਦੇ ਹੋਏ ਤੁਸੀਂ ਫਿਰ ਸੋਚਣ ਲੱਗੋ। ਠੀਕ ਹੈ, ਇਹ ਟਾਈਮ ਸੇਵ ਹੋ ਜਾਂਦਾ ਇਸ ਤਰ੍ਹਾਂ ਤੁਹਾਡਾ। ਕੀਵਰਡਸ ਦੇਖਣ ਤੋਂ ਬਾਅਦ ਸਾਡਾ ਨੈਕਸਟ ਹੈ ਬ੍ਰੇਨਸਟੋਰਮਿੰਗ ਦਾ ਆਈਡੀਆਜ਼। ਬ੍ਰੇਨਸਟੋਰਮਿੰਗ ਆਈਡੀਆਜ਼ ਮੀਨਸ ਤੁਸੀਂ ਆਪਣੇ ਆਈਡੀਆਜ਼ ਨੂੰ ਰਫ ਦੇ ਵਿੱਚ ਕੰਮ ਨੂੰ ਪਲਾਨ ਕਰਨਾ, ਉਸ ਚੀਜ਼ ਨੂੰ ਕਹਿੰਦੇ ਨੇ ਬ੍ਰੇਨਸਟੋਰਮਿੰਗ ਦਾ ਆਈਡੀਆਜ਼। ਜਿੱਦਾਂ ਪ੍ਰੋਬਲਮਸ ਕੀ ਹੈ? ਪ੍ਰੋਬਲਮਸ ਜਾਂ ਤਾਂ ਮਨੀ ਨਾਲ ਰਿਲੇਟਡ ਹੋ ਸਕਦੀਆਂ, ਜਿੱਦਾਂ ਕਿ ਡੇਟਾ ਬ੍ਰੀਚ। ਡੇਟਾ ਬ੍ਰੀਚ ਮਤਲਬ ਕਿ ਤੁਹਾਡਾ ਕਾਰਡਸ ਦੀਆਂ ਇਨਫੋਰਮੇਸ਼ਨਸ ਸ਼ੇਅਰ ਹੋ ਗਈਆਂ। ਠੀਕ ਹੈ, ਮਨੀ ਦਾ ਫਰਾਡ ਹੋ ਗਿਆ ਜਿੱਦਾਂ ਕਹਿੰਦੇ ਆ। ਜਾਂ ਹਿਡਨ ਕਾਸਟਸ ਹੋ ਸਕਦੀਆਂ ਕਿ ਉਹਨਾਂ ਨੇ ਦਿਖਾਇਆ ਕੁਛ ਹੋਰ ਹੋਇਆ ਐਂਡ ਬਾਅਦ ਦੇ ਵਿੱਚ ਉਹਨਾਂ ਨੇ ਪੈਸੇ ਜ਼ਿਆਦਾ ਕੱਟ ਲਏ ਆ ਤੁਹਾਡੇ ਕਾਰਡ ਦੇ ਵਿੱਚੋਂ। ਜਾਂ ਮਨੀ ਰਿਲੇਟਡ, ਜਾਂ ਸੈਕਿੰਡ ਇਜ਼ ਸਰਵਿਸ ਕੁਆਲਿਟੀ, ਕਿ ਜਿਹੜੀ ਚੀਜ਼ ਤੁਹਾਨੂੰ ਭੇਜੀ ਜਾ ਰਹੀ ਹੈ, ਤੁਹਾਨੂੰ ਚੀਜ਼ ਮਿਲ ਰਹੀ ਹੈ, ਪ੍ਰੋਡਕਟ ਮਿਲ ਰਿਹਾ, ਸਰਵਿਸ ਮਿਲ ਰਹੀ ਹੈ, ਉਹ ਠੀਕ ਨਹੀਂ ਹੈ। ਕੁਛ ਇੱਦਾਂ ਦੀਆਂ ਹੋ ਸਕਦੀਆਂ। ਰਾਈਟ? ਸੋ ਇਟ ਕੈਨ ਬੀ ਪ੍ਰੋਡਕਟ ਦੀ ਕੁਆਲਿਟੀ ਜਾਂ ਡਿਲੀਵਰੀ ਲੇਟ ਆਈ ਹੈ। ਠੀਕ ਹੈ, ਇਹ ਕੁਛ ਪ੍ਰੋਬਲਮਸ ਜੋ ਮੈਂ ਜਦੋਂ ਆਨਸਰ ਮੇਰੇ ਕੋਲ ਆਇਆ ਤਾਂ ਮੈਂ ਆਪਣੇ ਰਫ ਦੇ ਵਿੱਚ ਆਹ ਕੁਝ ਸੋਚਿਆ ਕਿ ਜਾਂ ਤਾਂ ਪ੍ਰੋਬਲਮ ਮਨੀ ਰਿਲੇਟਡ ਹੋਏਗੀ ਜਾਂ ਸਰਵਿਸ ਰਿਲੇਟਡ, ਔਰ ਉਹਦੇ ਅੱਗੇ ਇਹ ਦੋ ਪੁਆਇੰਟਸ ਮੈਂ ਸੋਚ ਲਈ। ਨੈਕਸਟ ਇਜ਼ ਸੋਲਿਊਸ਼ਨਸ। ਸੋਲਿਊਸ਼ਨਸ ਕੀ ਹੋਏਗਾ ਕਿ ਪੇ ਕਰਦੇ ਹੋਏ ਤੁਸੀਂ ਸਮਾਰਟਲੀ ਪੇ ਕਰੋ। ਠੀਕ ਹੈ, ਧਿਆਨ ਰੱਖੋ ਆਪਣਾ, ਬੀ ਕੇਅਰਫੁਲ। ਜਾਂ ਟਰਸਟਡ ਸਾਈਟਸ ਤੋਂ ਤੁਸੀਂ ਸ਼ਾਪਿੰਗ ਕਰੋ, ਉਹਨਾਂ ਦੀਆਂ ਡਿਲੀਵਰੀਜ਼ ਦਾ, ਜਾਂ ਫਿਰ ਬਾਕੀ ਹੈ ਕਿ ਤੁਸੀਂ ਰਿਟਰਨ ਪੋਲਿਸੀਜ਼ ਦੇਖ ਸਕਦੇ ਹੋ ਔਰ ਚੈੱਕ ਵਿਦ ਦ ਕੋਰੀਅਰ ਕੰਪਨੀਜ਼ ਕਿ ਹਾਂ ਕਸਟਮਰ ਕੇਅਰ ਦੇ ਨਾਲ ਤੁਸੀਂ ਔਰ ਕੋਰੀਅਰ ਕੰਪਨੀਜ਼ ਦੇ ਨਾਲ ਤੁਸੀਂ ਚੈੱਕ ਕਰੋ ਕਿ ਤੁਹਾਨੂੰ ਚੀਜ਼ ਪ੍ਰੋਪਰਲੀ ਮਿਲੇਗੀ ਕਿ ਨਹੀਂ। ਸੋ ਦਿਸ ਇਜ਼ ਹਾਊ ਯੂ ਸਟਰਕਚਰ ਐਂਡ ਯੂ ਬ੍ਰੇਨਸਟੋਰਮ ਦ ਆਈਡੀਆਜ਼।
ਜਿੱਦਾਂ ਕਿ ਤੁਸੀਂ ਆਪਣੇ ਕਾਜ਼ਸ ਲਿਖ ਲਏ ਐਂਡ ਉਹਦੇ ਸੋਲਿਊਸ਼ਨਸ ਤੁਸੀਂ ਇੱਕ ਰਫ ਦੇ ਵਿੱਚ ਲਿਖ ਲਏ। ਹੁਣ ਆ ਗਿਆ ਬੇਸਿਕ ਸਟਰਕਚਰ ਆਫ ਐਸੇ। ਇਦਾਂ ਦੇ ਸਟਰਕਚਰ ਦੀ ਐਸੇ ਹੋਏਗੀ ਇੰਟਰੋਡਕਸ਼ਨ, ਆਫ ਕੋਰਸ ਇੰਟਰੋਡਕਸ਼ਨ ਸਟਾਰਟਿੰਗ ਲਈ ਜ਼ਰੂਰੀ ਹੈ, ਦੈਨ ਇਜ਼ BP1, BP2 ਐਂਡ ਕਨਕਲੂਜਨ। ਸੋ ਦਿਸ ਇਜ਼ ਦ ਬੇਸਿਕ ਸਟਰਕਚਰ। ਇੱਕ ਬੇਸਿਕ ਸਟਰਕਚਰ ਹੈ ਕਿਸੇ ਵੀ ਰਾਈਟਿੰਗ ਟਾਸਕ 2 ਐਸੇ ਦੀ, ਰਾਈਟ। ਹੁਣ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕੀ ਕਰਨਾ ਹੈ? ਇੰਟਰੋਡਕਸ਼ਨ ਦੇ ਵਿੱਚ ਤੁਸੀਂ ਇੱਕ ਓਵਰਵਿਊ ਦੇਣਾ। ਓਵਰਵਿਊ ਮੀਨਸ ਇੱਕ ਜਨਰਲਾਈਜ਼ਡ ਸਟੇਟਮੈਂਟ ਦੇਣੀ ਹੈ, ਠੀਕ ਹੈ। ਪ੍ਰੋਬਲਮ ਦੇ ਕੀ ਪ੍ਰੋਬਲਮ ਹੈ ਔਰ ਕੀ ਹੈ ਐਂਡ ਉਹ ਕਿਉਂ ਹੈ। ਸੋ ਇੱਕ ਜਸਟ ਇੱਕ ਓਵਰਵਿਊ ਦੇਣਾ ਹੈ, ਟੱਚ ਕਰਨਾ ਹੈ, ਦੱਸਣਾ ਹੈ ਕਿ ਅਸੀਂ ਇਸ ਚੀਜ਼ ਦੇ ਬਾਰੇ, ਇਸ ਟੌਪਿਕ ਦੇ ਬਾਰੇ ਐਸੇ ਲਿਖ ਰਹੇ ਹਾਂ। ਸੋ ਦੈਟ ਇਜ਼ what makes your introduction। ਇੱਥੇ ਮੈਂ ਤੁਹਾਨੂੰ ਜਿਹੜੀ ਇੰਟਰੋਡਕਸ਼ਨ ਲਿਖੀ ਹੋਈ ਹੈ ਤੁਸੀਂ ਰੀਡ ਕਰ ਸਕਦੇ ਹੋ ਪੌਜ਼ ਕਰਕੇ, ਠੀਕ ਹੈ। ਇਹਦੇ ਵਿੱਚ ਇਹੀ ਹੈ ਕਿ ਮੈਂ 2 ਲਾਈਨਸ ਇਨਕਲੂਡ ਕੀਤੀਆਂ। ਸਭ ਤੋਂ ਪਹਿਲੇ ਦੇ ਵਿੱਚ ਮੈਂ ਇਹ ਦੱਸਿਆ ਕਿ ਪ੍ਰੋਬਲਮ ਹੈ ਕੀ ਔਰ ਉਹਦਾ ਕਿੱਦਾਂ ਆਪਾਂ ਐਂਡ ਅੱਗੇ ਆਉਣ ਵਾਲੇ ਪੈਰਾਗ੍ਰਾਫ ਦੇ ਵਿੱਚ ਅਸੀਂ ਡਿਸਕ੍ਰਾਈਬ ਕੀਤਾ ਹੈ ਕਿ ਕਿੱਦਾਂ ਅਸੀਂ ਉਹਨੂੰ ਡੀਲ ਕਰ ਸਕਦੇ ਹਾਂ, ਕਲੀਅਰ। ਨੈਕਸਟ ਇਜ਼ BP1। BP1 ਲਿਖਣ ਦੇ ਲਈ ਤੁਸੀਂ ਹੁਣ ਆਪਣੇ ਰਫ ਪੇਜ ਨੂੰ ਵਾਪਸ ਓਪਨ ਕਰੋ, ਰਾਈਟ। ਉੱਥੇ ਜਿਹੜੀ ਤੁਸੀਂ ਲਿਸਟ ਆਫ ਪ੍ਰੋਬਲਮਸ ਲਿਖੀ ਸੀ ਤੁਸੀਂ ਉਹਨਾਂ ਨੂੰ ਦੁਬਾਰਾ ਦੇਖੋ ਐਂਡ ਉਹਨਾਂ ਨੂੰ ਇੱਕ ਪੈਰਾਗ੍ਰਾਫ ਫਾਰਮ ਦੇ ਵਿੱਚ ਲਿਖ ਦਿਓ, ਠੀਕ ਹੈ। ਸੋ ਤੁਸੀਂ ਆਪਣੇ ਪੁਆਇੰਟਸ ਨੂੰ ਹੁਣ ਲਾਈਨਸ ਬਣਾ ਕੇ, ਸੈਂਟੈਂਸਸ ਬਣਾ ਕੇ ਪੈਰਾਗ੍ਰਾਫਸ ਬਣਾਉਣੇ ਹੈ। ਉਹ ਕਿੱਦਾਂ ਹੁੰਦਾ ਹੈ ਦੇਖੋ, ਪ੍ਰੋਬਲਮ ਦਾ ਟੌਪਿਕ ਤੁਹਾਡੇ ਕੋਲ ਹੈ, ਸੋ ਯੂ ਵਿਲ ਬੀ ਫਸਟ ਲਾਈਨ ਤੁਹਾਡੇ ਪੈਰੇ ਦੀ ਹੋਏਗੀ ਤੁਹਾਡੀ ਜੋ ਵੀ ਤੁਸੀਂ ਪ੍ਰੋਬਲਮ ਦੱਸ ਰਹੇ ਹੋ। ਨੈਕਸਟ ਲਾਈਨ ਸ਼ੁੱਡ ਬੀ ਕਿ ਤੁਸੀਂ ਉਹਨੂੰ ਐਕਸਪਲੇਨ ਕਰੋ ਕਿ ਕਿੱਦਾਂ, ਕਿਉਂ ਪ੍ਰੋਬਲਮ ਹੈ, ਉਹ ਕੀ ਪ੍ਰੋਬਲਮ ਹੈ, ਉਹਨੂੰ ਉਹਦੇ ਬਾਰੇ ਤੁਸੀਂ ਉਹਨੂੰ ਇਲੈਬੋਰੇਟ ਕਰੋ। ਇਲੈਬੋਰੇਟ ਮਤਲਬ ਥੋੜਾ ਐਕਸਪੈਂਡ ਕਰੋ, ਐਕਸਪਲੇਨ ਕਰਕੇ ਲਿਖੋ, ਐਕਸਪਲੇਨ ਕਰ ਦਿਓ। ਐਂਡ ਨੈਕਸਟ ਇਜ਼ ਐਗਜ਼ਾਮਪਲ। ਇਹ ਜਿਹੜੀ ਐਗਜ਼ਾਮਪਲ ਹੈ ਇਹ ਤੁਹਾਡੇ ਪਰਸਨਲ ਐਕਸਪੀਰੀਅੰਸ ਤੋਂ ਹੋ ਸਕਦੀ ਹੈ, ਇਹ ਤੁਹਾਡੇ ਫੈਮਿਲੀ, ਫਰੈਂਡਸ, ਰਿਲੇਟਿਵਸ ਕਿਸੇ ਦੇ ਐਕਸਪੀਰੀਅੰਸ ਤੋਂ ਹੋ ਸਕਦੀ ਹੈ, ਕੋਈ ਰਿਸਰਚ ਹੋ ਸਕਦਾ ਹੈ, ਕੋਈ ਡੇਟਾ ਹੋ ਸਕਦਾ ਹੈ, ਕਿਤੇ ਤੁਸੀਂ ਪੜ੍ਹੀ ਹੋਏਗੀ ਉਹ, ਜਾਂ ਤੁਸੀਂ ਇਸ ਨੂੰ ਆਪਣੇ ਵੱਲੋਂ ਵੀ ਬਣਾ ਕੇ ਲਿਖ ਸਕਦੇ ਹੋ ਕਿ ਤੁਹਾਡਾ ਕੋਈ ਐਕਸਪੀਰੀਅੰਸ ਜੋ ਐਕਚੁਅਲ ਦੇ ਵਿੱਚ ਤੁਹਾਨੂੰ ਨਹੀਂ ਹੋਇਆ ਬਟ ਉਹ ਰੈਲੇਵੈਂਟ ਹੋਵੇ ਔਰ ਉਹਨੂੰ ਤੁਸੀਂ ਵਿੱਚ ਇਨਕਲੂਡ ਕਰੋ, ਠੀਕ ਹੈ। ਬਿਕਾਜ਼ ਐਗਜ਼ਾਮਪਲ ਬਹੁਤ ਇੰਪੋਰਟੈਂਟ ਹੈ, ਐਗਜ਼ਾਮਪਲ ਨੂੰ ਸਕਿਪ ਨਾ ਕਰਨਾ ਰਾਈਟਿੰਗ ਟਾਸਕ 2 ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਉਸੇ ਚੀਜ਼ ਨੂੰ ਦੁਬਾਰਾ ਰਿਪੀਟ ਕਰੋ, ਮਤਲਬ ਸੈਕਿੰਡ ਪ੍ਰੋਬਲਮ BP1 ਦੇ ਵਿੱਚ ਅਸੀਂ ਪ੍ਰੋਬਲਮ ਨੂੰ ਐਕਸਪਲੇਨ ਕਰ ਰਹੇ ਹਾਂ। ਪਹਿਲੀ ਪ੍ਰੋਬਲਮ ਉਹਨੂੰ ਐਕਸਪਲੇਨ ਕਰਤਾ, ਐਗਜ਼ਾਮਪਲ ਦੇਤੀ। ਸੈਕਿੰਡ ਪ੍ਰੋਬਲਮ ਉਹਨੂੰ ਐਕਸਪਲੇਨ ਕਰਾਂਗੇ, ਉਹਦੀ ਐਗਜ਼ਾਮਪਲ ਦੇਵਾਂਗੇ ਐਂਡ ਐਂਡ ਦੇ ਵਿੱਚ ਅਸੀਂ ਉਹਦੀ ਇੱਕ ਕਲੋਜ਼ਿੰਗ ਸਟੇਟਮੈਂਟ ਲਿਖਾਂਗੇ ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਉੱਪਰ ਪੂਰੇ ਪੈਰਾਗ੍ਰਾਫ ਦੇ ਵਿੱਚ ਅਸੀਂ ਕੀ ਡਿਸਕਸ ਕੀਤਾ। ਸੋ ਦਿਸ ਇਜ਼ ਹਾਊ ਇਟ ਫਾਰਮਸ BP1। ਨੈਕਸਟ ਇਜ਼ BP2। BP2 ਦਾ ਦੇਖੋ ਕੀ ਹੈ। ਹੁਣ ਤੁਸੀਂ ਵਾਪਸ ਉਸ ਲਿਸਟ 'ਚ ਆਓਗੇ, ਲਿਸਟ ਆਫ ਸੋਲਿਊਸ਼ਨਸ ਦਿਸ ਟਾਈਮ, ਜਿਹੜੀਆਂ ਤੁਸੀਂ ਪ੍ਰੋਬਲਮ ਦੀਆਂ ਸੋਲਿਊਸ਼ਨਸ ਦੇਖੀਆਂ ਸੀ ਐਂਡ ਹੁਣ ਉਹਨੂੰ ਸਿਮਿਲਰ ਵੇ ਦੇ ਵਿੱਚ ਇੱਕ ਪੈਰਾਗ੍ਰਾਫ ਦੇ ਵਿੱਚ ਕਨਵਰਟ ਕਰੋਗੇ। ਮੀਨਸ ਤੁਸੀਂ ਸੋਲਿਊਸ਼ਨ ਕੀ ਹੈ ਉਹ ਲਿਖੋਗੇ, ਉਹਨੂੰ ਐਕਸਪਲੇਨ ਕਰੋਗੇ ਕਿ ਕਿੱਦਾਂ ਕਿੱਦਾਂ ਹੋ ਸਕਦਾ ਹੈ ਤੇ ਉਹਦੀ ਐਗਜ਼ਾਮਪਲ ਦਿਓਗੇ ਕਿ ਇਦਾਂ ਹੋਇਆ ਸੀ ਤਾਂ ਇਹ ਹੋ ਗਿਆ, ਫਲਾਨੀ ਜਗ੍ਹਾ ਤੇ ਇਦਾਂ ਹੋਇਆ ਸੀ, ਠੀਕ ਹੈ। ਕੋਈ ਨਾ ਕੋਈ ਉਹਦੀ ਐਗਜ਼ਾਮਪਲ ਦੇ ਸਕਦੇ ਹੋ ਐਂਡ ਐਂਡ ਦੇ ਵਿੱਚ ਤੁਸੀਂ ਪੈਰਾਗ੍ਰਾਫ ਕਲੋਜ਼ਿੰਗ ਸਟੇਟਮੈਂਟ ਦੇ ਨਾਲ ਕਲੋਜ਼ ਕਰੋਗੇ। ਇਹ ਆਈਡੀਅਲ ਸਟਰਕਚਰ ਹੈ ਪੈਰਾਗ੍ਰਾਫ ਦੀ, ਵਰਕ ਔਨ ਇਟ, ਰਾਈਟ। ਨੈਕਸਟ ਇਜ਼ ਕਨਕਲੂਜਨ। ਕਨਕਲੂਜਨ ਦੇ ਵਿੱਚ ਤੁਸੀਂ ਕੀ ਕਰਨਾ, ਤੁਸੀਂ ਪੂਰੇ ਆਪਣੇ ਪੈਰਾਗ੍ਰਾਫ ਜਿੰਨੇ ਲਿਖੇ ਹੈਗੇ ਆ ਉਹਦੇ ਆਈਡੀਆਜ਼ ਨੂੰ ਡਿਸਕਸ ਕਰਦੇ ਹੋਏ ਸਮਰਾਈਜ਼ ਕਰ ਦੇਣਾ, ਠੀਕ ਹੈ। ਤਾਂ ਕਿ ਤੁਹਾਡਾ ਲਾਸਟ ਪੈਰਾਗ੍ਰਾਫ, ਤੁਹਾਡਾ ਕਨਕਲੂਜਨ ਦੇਖ ਕੇ ਇਹ ਸਮਝ ਆ ਜਾਏ ਕਿ ਤੁਹਾਡੇ ਉੱਪਰਲੇ ਪੈਰਾਗ੍ਰਾਫਸ ਦੇ ਵਿੱਚ ਤੁਸੀਂ ਕੀ ਡਿਸਕਸ ਕੀਤਾ ਹੋਇਆ। ਸੋ ਦੈਟ ਇਜ਼ ਹਾਊ ਯੂ ਰਾਈਟ ਪ੍ਰੋਬਲਮ ਐਂਡ ਸੋਲਿਊਸ਼ਨ ਐਸੇ। ਹੁਣ ਮੈਂ ਤੁਹਾਨੂੰ ਥੋੜੀ ਵੋਕੈਬ ਦੇ ਦੂੰਗੀ ਕਿ ਕਿਹੜੇ ਵਰਡਸ ਯੂਜ਼ ਕਰਕੇ ਤੁਸੀਂ ਪ੍ਰੋਬਲਮ ਸੋਲਿਊਸ਼ਨ ਐਸੇ ਨੂੰ ਹੋਰ ਵਧੀਆ ਕਰ ਸਕਦੇ ਹੋ। ਟੂ ਐਡ ਦ ਆਈਡੀਆਜ਼ ਇਹ ਹੈ furthermore, moreover, besides, in addition to, equally important. To contrast the ideas, that's on the other hand, however, instead, conversely, example add ਕਰਨੀ ਹੈ ਤਾਂ for instance, such as revealed by, ਇਹਨਾਂ ਦੀਆਂ ਵੀਡੀਓਜ਼ ਮੈਂ ਅਲੱਗ ਵੀ ਬਣਾਈਆਂ ਹੋਈਆਂ, they are still in English, but ਮੈਂ ਉਹਨਾਂ ਨੂੰ ਤੁਹਾਡੇ ਲਈ ਤੁਸੀਂ ਚੈੱਕ ਕਰ ਸਕਦੇ ਹੋ। I'll link it in the description box too. Clear? So these are the, ਇਹ ਸਾਡਾ ਵੇ ਹੈ problem and solution. So this is the way to write the problem solution essay. Clear? ਇਹਦੇ ਨਾਲ ਤੁਹਾਡੀ ਕੋਹੇਜ਼ਨ, ਕੋਹਰੈਂਸ ਦਾ ਧਿਆਨ ਰੱਖਿਆ ਗਿਆ। ਗ੍ਰਾਮੈਟਿਕਲੀ ਤੁਸੀਂ ਤੁਹਾਡੇ ਪੈਰਾਗ੍ਰਾਫ ਸਟਰਕਚਰ ਇਜ਼ ਨਾਈਸ। ਜੇ ਤੁਸੀਂ ਇਸ ਵੇ ਨਾਲ ਪ੍ਰੈਕਟਿਸ ਕਰੋ, ਦਿਸ ਤੁਹਾਡੇ ਬੈਂਡ ਸਕੋਰ ਡੈਫੀਨੇਟਲੀ ਰਾਈਜ਼ ਹੋਏਗਾ। ਇਹ ਮੋਰ ਕੋਹਰੈਂਟ ਇੱਕ ਵੇ ਹੈ ਐਸੇ ਨੂੰ ਲਿਖਣ ਦਾ। ਆਈ ਥਿੰਕ ਇਹ ਤੁਹਾਡੇ ਲਈ ਹੈਲਪਫੁਲ ਸੀ।
Keep practicing, keep supporting. Good luck, guys.